ਦੇਖੋ ਸਰ ਇਹਦੀ ਕਲਗੀ ਵੀ ਬਲੈਕ ਆ ਜੀ ਇਹਦੀ ਜ਼ਬਾਨ ਵੀ ਅੰਦਰੋਂ ਬਲੈਕ ਆ ਜੀ ਪੰਜੇ ਵੀ ਇਹਦੇ ਬਲੈਕ ਆ ਜੀ ਆ ਦੇਖੋ ਇਹ ਵੈਸੇ ਇਹਦੀਆਂ ਦੋ ਤਿੰਨ ਬਰੀਡ ਹੁੰਦੀਆਂ ਆ ਵਾਈਟ ਵੀ ਹੁੰਦੇ ਆ ਪੈਨਸਲ ਵਾਲੇ ਜੀ ਜੀ ਇੱਥੇ ਸਾਡੇ ਕੋਲ ਹੈਗਾ ਵੀ ਆ ਉਹ ਜੀ ਜੀ ਤੇ ਇਹਦੇ ਮਤਲਬ ਜਿਹੜਾ ਵੀ ਹੋਵੇ ਉਹਦੇ ਵਿੱਚ ਮਤਲਬ ਸਕਿਨ ਇਹਦੀ ਜਿਹੜੀ ਆ ਗ੍ਰੇ ਕਲਰ ਦੀ ਹੈ। ਜਿਹੜੇ ਫੁਲਵੈਰੀ ਦੇ ਮਰੀਜ਼ ਆ ਜਿਨ੍ਹਾਂ ਨੂੰ ਉਹਦੇ 'ਚ ਇਹੀ ਪ੍ਰੋਬਲਮ ਹੁੰਦੀ ਵੀ ਉਹਨਾਂ ਦੀ ਜਿਹੜੀ ਮੈਲਾਨਿਨ ਆ ਉਹ ਡਿਸਟ੍ਰੀਬਿਊਟ ਨਹੀਂ ਹੁੰਦੀ ਪ੍ਰੋਪਰ ਤੇ ਉਹਦੇ 'ਚ ਕਾਫੀ ਬੈਨੀਫਿਟ ਆ। ਇਹਦੇ ਐਗ ਦੇ ਵਿੱਚ ਵਿਟਾਮਿਨ B1 B2 B6 B12 ਵਿਟਾਮਿਨ C ਵਿਟਾਮਿਨ E ਵਿਟਾਮਿਨ D ਹੁੰਦਾ ਆ। ਤੇ ਗੱਲ ਕੀਤੀ ਜਾਵੇ ਆਂਡੇ ਦੀ, ਆਂਡਾ ਇੱਕ ਆਂਡਾ ਕਿੰਨੇ ਰੁਪਏ ਦਾ? ਸਰ 25 ਤੋਂ 30 ਰੁਪਏ ਦਾ। ਦੱਸੋ ਕਿ ਵੈਜ ਆਂਡਾ ਕਿੱਦਾਂ ਹੁੰਦਾ ਹੈ ਤੇ ਨੌਨ ਵੈਜ ਕਿਵੇਂ? ਸਰ ਇੱਦਾਂ ਵੀ ਜਿਹੜੇ ਮੁਰਗੇ ਅਸੀਂ ਨਹੀਂ ਵਿੱਚ ਰੱਖੇ ਹੋਏ ਹੁੰਦੇ ਕੱਲੀਆਂ ਮੁਰਗੀਆਂ ਹੁੰਦੀਆਂ ਉਹ ਵਿਦਾਊਟ ਸਪਰਮ ਹੁੰਦਾ ਉਹਦੇ ਵਿੱਚ ਸਪਰਮ ਨਹੀਂ ਹੁੰਦਾ ਤੇ ਉਹ ਖਾਣ ਲਈ ਉਹਦੀ ਲਾਈਫ ਜਿਹੜੀ ਵੱਧ ਜਾਂਦੀ ਆ 28 ਤੋਂ 30 ਦਿਨ ਤੱਕ ਉਹ ਅੰਡਾ ਖਰਾਬ ਨਹੀਂ ਹੁੰਦਾ। ਜਿਹੜਾ ਸਪਰਮ ਵਾਲਾ ਐਗ ਆ ਉਹ ਐਗ ਜਿਹੜਾ ਆ ਉਹ ਮਤਲਬ 5 to 6 ਡੇਜ਼ ਰਹਿੰਦਾ ਆ ਅਕੋਰਡਿੰਗ ਟੂ ਵੈਦਰ। ਗਰਮੀਆਂ 'ਚ 5 to 6 ਡੇਜ਼, ਸਰਦੀਆਂ ਦੇ ਵਿੱਚ ਤੇ ਹੁਣ ਅੱਗੇ ਸਰਦੀਆਂ ਆ ਰਹੀਆਂ ਆ, ਸਰਦੀਆਂ ਦੇ ਵਿੱਚ ਤਾਂ 15-20 ਦਿਨ ਰਹਿ ਜਾਂਦਾ ਹੈ। ਪ੍ਰੋਪਰ ਦੱਸੋ ਜੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਠੀਕ ਹੁੰਦੀਆਂ ਨੇ? ਦੇਖੋ ਹਰ ਤਰ੍ਹਾਂ ਦੀ ਹੈਡੇਕ, ਸਰਵਾਈਕਲ, ਅਰਥਰਾਈਟਿਸ ਤੇ ਇਹਨਾਂ ਨੂੰ ਅਸਥਮਾ, ਟਿਊਬਰਕਲੋਸਿਸ, ਹਾਰਟ ਪ੍ਰੋਬਲਮ ਜਿਹੜੀ ਆ ਉਹਦੇ ਨਾਲ, ਕਿਉਂਕਿ ਜਿਹੜਾ ਇਹਦਾ ਮੀਟ ਆ ਉਹ ਜਿਹੜਾ ਆ ਆਪਣੇ ਹਾਰਟ ਨੂੰ ਪ੍ਰੋਪਰ ਬਲੱਡ ਸਪਲਾਈ ਕਰਦਾ ਆ ਤੇ ਉਹਦੇ ਨਾਲ ਬਹੁਤ ਸਾਰੀਆਂ ਹਾਰਟ ਪ੍ਰੋਬਲਮ ਨਹੀਂ ਹੁੰਦੀਆਂ। ਹਾਂਜੀ ਜੀ। ਤੇ ਇਹਦੇ ਵਿੱਚ ਨਾ ਬਹੁਤ ਸਾਰੇ ਵਿਟਾਮਿਨਸ ਹੈਗੇ ਆ ਜਿਹੜੇ ਮਿਲਦੇ ਆ ਇੱਥੇ। 18 ਤਰ੍ਹਾਂ ਦੇ ਅਮਾਈਨੋ ਐਸਿਡ ਆ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ V24। ਮੈਂ ਦਵਿੰਦਰ ਮੰਡ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਧੀਰੋਵਾਲ ਪਿੰਡ, ਆਦਮਪੁਰ ਦੇ ਲਾਗੇ ਪਿੰਡ ਆ ਤੇ ਇੱਥੇ ਇੱਕ ਸਿੱਧੂ ਕੜਕਨਾਥ ਫਾਰਮ ਹੈ। ਇਹ ਫਾਰਮ ਕੀ ਹੈ, ਕਿਹਨਾਂ ਦਾ ਆ, ਸਾਰਾ ਪਰਿਵਾਰ ਅੱਜ ਸਾਡੇ ਨਾਲ, ਇਹਨਾਂ ਨਾਲ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਸਰ V24 ਦਾ ਵੀ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਿੱਧੂ ਕੜਕਨਾਥ ਵਿੱਚ ਅੱਜ ਵਿਜ਼ਿਟ ਕੀਤਾ, ਸਿੱਧੂ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਮੈਮ ਸਿੱਧੂ ਕੜਕਨਾਥ ਫਾਰਮ, ਤੁਸੀਂ ਇਹ ਪੋਲਟਰੀ ਫਾਰਮ ਜਿਹੜਾ ਖੋਲ੍ਹਿਆ ਕੜਕਨਾਥ ਦਾ, ਇਹੀ ਕਿਉਂ ਸੋਚਿਆ? ਕੋਈ ਹੋਰ ਕੰਮ ਕਿਉਂ ਨਹੀਂ ਸੋਚਿਆ? ਸਰ ਅਸੀਂ ਐਕਚੁਅਲੀ ਸੋਚ ਰਹੇ ਸੀ ਵੀ ਕੁਝ ਹੈਲਦੀ ਚੀਜ਼ ਜਿਹੜੀ ਆ ਉਹ ਕੀਤੀ ਜਾਵੇ। YouTube 'ਤੇ ਕਾਫੀ ਰਿਸਰਚ ਕੀਤੀ ਅਤੇ ਦੇਖਿਆ ਵੀ ਇਹ ਇੱਕ ਜੰਗਲੀ ਬਰੀਡ ਆ, ਸਾਡੀ ਇੰਡੀਆ ਦੀ ਬਰੀਡ ਆ, ਝੱਬੂਆ ਦੀ, MP ਦੀ। ਅਤੇ ਉੱਥੋਂ ਸਾਨੂੰ ਲੱਗਾ ਵੀ ਇਹਦੇ ਕਾਫੀ ਬੈਨੀਫਿਟਸ ਅਸੀਂ ਪੜ੍ਹੇ ਜੀ। ਇਹ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਵੀ ਇਹ ਸਾਨੂੰ ਫਾਇਦਾ ਦਿੰਦਾ ਹੈ ਜੀ। ਜੀ ਬਿਲਕੁਲ ਜੀ। ਮੈਂ ਜਿੱਦਾਂ ਇੱਥੇ ਆਇਆ ਤਾਂ ਮੈਂ ਦੇਖਿਆ ਵੀ ਜਿਹੜੇ ਪੋਸਟਰ ਤੁਸੀਂ ਛਪਵਾਏ ਸੀਗੇ ਉਹਦੇ ਵਿੱਚ ਵੀ ਕਾਫੀ ਬਿਮਾਰੀਆਂ ਦਾ ਜ਼ਿਕਰ ਕੀਤਾ। ਬਿਮਾਰੀਆਂ ਦੀ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਠੀਕ ਹੁੰਦੀਆਂ। ਪਰ ਉਸ ਤੋਂ ਪਹਿਲਾਂ ਜੀ ਇਹ ਦੱਸੋ ਕਿ ਤੁਹਾਨੂੰ ਕਿਸੇ ਨੇ ਰੈਫਰ ਕੀਤਾ ਸੀ ਕਿ ਤੁਸੀਂ ਇਹ ਬਿਜ਼ਨਸ ਕਰ ਲਓ, ਜਾਂ ਤੁਹਾਨੂੰ ਖੁਦ ਨੂੰ ਲੱਗਾ ਕਿ ਨਹੀਂ ਇਹ ਕੰਮ ਕਰਨਾ ਚਾਹੀਦਾ? ਸਰ ਐਕਚੁਅਲੀ ਰਿਟਾਇਰਮੈਂਟ ਤੋਂ ਬਾਅਦ ਅਸੀਂ ਫ੍ਰੀ ਨਹੀਂ ਰਹਿਣਾ ਮੰਗਦੇ ਸੀਗੇ ਅਤੇ ਸਾਨੂੰ ਸੀ ਵੀ ਅਸੀਂ ਕੁਛ ਨਾ ਕੁਛ ਇੱਦਾਂ ਦਾ ਕੰਮ ਕਰੀਏ ਜਿਹੜਾ ਸਾਡੇ ਲਈ ਵੀ ਅਤੇ ਸਮਾਜ ਲਈ ਵੀ ਅੱਛਾ ਹੋਵੇ। ਅਤੇ ਅਸੀਂ YouTube 'ਤੇ ਰਿਸਰਚ ਕੀਤਾ ਕੀ ਕੀਤਾ ਜਾ ਸਕਦਾ ਆ, ਅਤੇ ਉਹਦੇ ਵਿੱਚ ਸਾਨੂੰ ਕੜਕਨਾਥ ਪੋਲਟਰੀ ਫਾਰਮ ਦਾ ਜ਼ਿਆਦਾ ਅੱਛਾ ਲੱਗਾ। ਔਰ ਉਹ ਪੰਜਾਬ ਦੇ ਵਿੱਚ ਜ਼ਿਆਦਾ ਹੈ ਵੀ ਨਹੀਂ ਜੀ, ਬਹੁਤ ਘੱਟ ਪੋਲਟਰੀ ਫਾਰਮ ਆ ਪੰਜਾਬ ਦੇ। ਇਸ ਲਈ ਅਸੀਂ ਨਾ ਇਹ ਚੂਜ਼ ਕੀਤਾ ਵੀ ਅਸੀਂ ਇਹ ਪੁੱਛੀਏ। ਫਿਰ ਅਸੀਂ ਇਹ ਉੱਥੋਂ ਹਰਿਆਣਾ ਤੋਂ ਮੰਗਵਾਈ ਬਰੀਡ ਜੀ। ਜੀ ਹੁਣ ਬਰੀਡ ਬਾਰੇ ਗੱਲਬਾਤ ਕਰਦੇ ਹਾਂ। ਕਿੱਥੋਂ ਦੀ ਬਰੀਡ ਹੈ, ਕਿੱਦਾਂ ਤੁਹਾਡੇ ਕੋਲ ਆਈ, ਕਿੱਦਾਂ ਤੁਹਾਨੂੰ ਲੱਗਾ, ਅਤੇ ਸ਼ੁਰੂਆਤ ਵਿੱਚ ਜਿਹੜੇ ਕਿੰਨੇ ਮੁਰਗੇ ਮੁਰਗੀਆਂ ਤੁਸੀਂ ਲੈ ਕੇ ਆਏ? ਸਰ ਇਹ MP ਝੱਬੂਆ ਜਿਹੜਾ ਆ ਉੱਥੇ ਦੀ ਬਰੀਡ ਆ। ਉਹਨਾਂ ਦੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਆ ਉਹਨਾਂ ਨੇ ਇਹਨਾਂ ਨੂੰ ਮੁਰਗੀਆਂ ਨੂੰ ਲੈ ਕੇ ਪਾਲ ਕੇ ਉਹਨਾਂ ਨੇ ਇਹ ਡਿਵੈਲਪ ਕੀਤਾ ਆ। ਇਹਦੇ 'ਤੇ ਕਾਫੀ ਰਿਸਰਚ ਹੋਈ ਆ ਅਤੇ ਸਾਇੰਟੀਫਿਕਲੀ ਪ੍ਰੂਵਨ ਆ ਵੀ ਇਹਦੇ ਐਗ ਅਤੇ ਮੀਟ ਜਿਹੜਾ ਆ ਨਾ ਉਹ ਬਹੁਤ ਅੱਛਾ ਆ। ਹਾਂਜੀ, ਜਿੱਦਾਂ ਇਹਦੇ ਵਿੱਚ ਇਹਦੇ ਐਗ ਦੇ ਵਿੱਚ ਵਿਟਾਮਿਨ B1 B2 B6 B12 ਵਿਟਾਮਿਨ C ਵਿਟਾਮਿਨ E ਵਿਟਾਮਿਨ D ਹੁੰਦਾ ਆ। ਸਲਫਿਊਰਿਕ ਐਸਿਡ ਹੁੰਦਾ ਹੈ ਇਹਦੇ 'ਚ 18 ਤਰ੍ਹਾਂ ਦੇ ਅਮਾਈਨੋ ਐਸਿਡਸ ਹੁੰਦੇ ਆ, ਫਾਸਫੋਰਸ ਆ ਅਤੇ ਕੈਲਸ਼ੀਅਮ ਜੀ। ਜਦੋਂ ਤੁਸੀਂ ਸੋਚਿਆ ਕਿ ਜਿਹੜਾ ਕੰਮ ਹੈ ਸ਼ੁਰੂ ਕਰਨਾ ਹੈ, ਉਸ ਤੋਂ ਪਹਿਲਾਂ ਕੋਈ ਤੁਸੀਂ ਸਿੱਖਿਆ ਵੀ ਲਈ, ਕਿਤੇ ਜੁਆਇਨ ਵੀ ਕੀਤਾ ਸੀ? ਹਾਂਜੀ, ਅਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਤੋਂ ਇਹਦੀ ਬਕਾਇਦਾ ਟ੍ਰੇਨਿੰਗ ਲਈ ਸੀ।
ਜੀ ਹਾਂਜੀ। ਸਰ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਤੁਸੀਂ ਦੱਸਿਆ ਕਿ ਮੈਨੂੰ ਵੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਸੀ ਜੀ। ਤੇ ਕਿਸੇ ਨੇ ਰੈਫਰ ਕੀਤਾ ਕਿ ਤੁਸੀਂ ਕੜਕਨਾਥ ਦੇ ਆਂਡਾ ਜਾਂ ਮੀਟ ਖਾਓ, ਤੁਸੀਂ ਠੀਕ ਹੋ ਜਾਓਗੇ। ਤੇ ਕਿਹਨਾਂ ਨੇ ਤੁਹਾਨੂੰ ਦੱਸਿਆ ਤੇ ਕਿੱਦਾਂ ਤੁਹਾਡੇ ਤੱਕ ਗੱਲਬਾਤ ਪਹੁੰਚੀ? ਸਰ ਕੁਝ ਸੱਜਣ ਸੀਗੇ, ਮੈਂ ਉਹਨਾਂ ਨੂੰ ਆਪਣੀ ਸਮੱਸਿਆ ਦੱਸ ਰਿਹਾ ਸੀਗਾ। ਉਹ ਕਹਿੰਦੇ ਕਿ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਦੱਸਦਾ ਹੈਗਾ, ਜੇ ਤੁਸੀਂ ਕਰ ਲਓਗੇ ਤਾਂ ਠੀਕ ਹੋ ਜਾਓਗੇ। ਅਤੇ ਸਰ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਇੱਕ ਕੜਕਨਾਥ ਇੱਕ ਬਰੀਡ ਹੈਗੀ ਆ, ਉਹਦਾ ਅੰਡਾ ਜਾਂ ਚਿਕਨ ਤੁਸੀਂ ਖਾਓਗੇ ਤਾਂ ਤੁਸੀਂ ਜ਼ਰੂਰ ਠੀਕ ਹੋ ਜਾਓਗੇ। ਅਤੇ ਸਰ ਮੈਂ ਸੋਚਿਆ ਵੀ ਜੇ ਇਹਨਾਂ ਨੇ ਮੈਨੂੰ ਇਹ ਦੱਸਿਆ ਹੈਗਾ ਤਾਂ ਇਹਨਾਂ ਦਾ ਕੋਈ ਨਿੱਜੀ ਪ੍ਰੈਕਟੀਕਲ ਹੋਏਗਾ ਸਰ। ਫਿਰ ਮੈਂ ਕੋਸ਼ਿਸ਼ ਕਰਕੇ ਇਹਦੇ ਅੰਡੇ ਅਤੇ ਸਰ ਚਿਕਨ ਜਿਹੜਾ ਉਹ ਮੈਂ ਪ੍ਰੋਵਾਈਡ ਕੀਤਾ ਅਤੇ ਸਰ ਮੈਂ ਉਹ ਖਾਣਾ ਸ਼ੁਰੂ ਕੀਤਾ। ਅਤੇ ਸਰ ਮੇਰੀ ਸ਼ੂਗਰ, ਬਲੱਡ ਪ੍ਰੈਸ਼ਰ, ਸਰਵਾਈਕਲ ਅਤੇ ਸਟਰੈਸ ਬਿਲਕੁਲ ਸਹੀ ਆ। ਅਤੇ ਸਰ ਹੁਣ ਮੈਂ ਕੋਈ ਦਵਾਈ ਨਹੀਂ ਲੈਂਦਾ ਜੀ। ਜੇ ਗੱਲਬਾਤ ਕੀਤੀ ਜਾਵੇ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਕਈਆਂ 'ਤੇ ਜਿੱਦਾਂ ਯਕੀਨ ਕਰਨਾ ਬਹੁਤ ਮੁਸ਼ਕਿਲ ਹੁੰਦਾ, ਕਿਉਂਕਿ ਬੰਦਾ ਹਾਰਿਆ ਥੱਕਿਆ ਹੁੰਦਾ, ਕਦੀ ਕੁਛ ਕਰ ਲਓ, ਕਦੀ ਕੁਛ ਕਰ ਲਓ। ਕਦੀ ਇਸ ਤੋਂ ਪਹਿਲਾਂ ਖਿਆਲ ਨਹੀਂ ਆਇਆ ਕਿ ਯਾਰ ਇਹ ਵੀ ਟਰਾਈ ਕਰਕੇ ਦੇਖ ਲੈਂਦੇ ਹਾਂ ਕਿ ਕੀ ਹੁੰਦਾ ਕੀ ਨਹੀਂ ਹੁੰਦਾ? ਨਹੀਂ ਸਰ, ਮੈਂ ਬਸ ਇਹ ਜਦੋਂ ਦਾ ਇਹ ਖਾਨਾ ਆਂਡੇ ਇਹਦੇ ਵਗੈਰਾ ਖਾਨਾ ਸਰ, ਮੈਂ ਰੋਜ਼ 2 ਅੰਡੇ ਲੈਂਦਾ ਇਹਦੇ। ਅਤੇ ਸਰ ਮੈਂ ਬਿਲਕੁਲ ਆਪਣੇ ਆਪ ਨੂੰ ਐਕਟਿਵ ਫੀਲ ਕਰਦਾ ਸਰ, ਕੋਈ ਲਥਾਰਜਿਕ ਫੀਲ ਨਹੀਂ ਹੁੰਦਾ। ਅਤੇ ਸਰ ਇਹ ਜ਼ਿਆਦਾ ਮੈਡੀਸਨ 'ਤੇ ਹੀ ਕੰਮ ਕਰਦਾ ਹੈ। ਜੀ। ਮੈਮ ਤੁਹਾਨੂੰ ਸਵਾਲ ਪੁੱਛਣਾ ਚਾਹੂੰਗਾ ਕਿ ਇਹ ਜਿਹੜੀ ਬਰੀਡ ਹੈ ਪੂਰੀ ਪ੍ਰੋਪਰ ਜੰਗਲੀ ਬਰੀਡ ਹੈ? ਹਾਂਜੀ, ਇਹ ਜੰਗਲੀ ਬਰੀਡ ਆ ਔਰ ਇਹਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਡਿਵੈਲਪ ਕੀਤਾ ਆ। ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਤਲਬ ਸਾਰਿਆਂ ਨੇ ਡਿਸਟਰੀਬਿਊਟ ਹੋਏ ਆ, ਉੱਥੋਂ ਲਏ ਆ। ਜੀ। ਔਰ ਇਹ ਮਤਲਬ ਜਿਹੜੀ ਹੈਗਾ ਇਹ ਜਿਹੜੀ ਇੱਕ ਸੈਂਟਰਲ ਫੂਡ ਟੈਕਨੋਲੋਜੀ ਰਿਸਰਚ ਇੰਸਟੀਚਿਊਟ ਮੈਸੂਰ ਆ, ਉਹਨਾਂ ਨੇ ਵੀ ਕਾਫੀ ਇਹਦੇ 'ਤੇ ਕੀਤਾ। ਅਤੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਇੱਦਾਂ ਦੇ ਹੈਗੇ ਆ ਤੱਤ ਹੈਗੇ ਆ ਜਿਹੜੇ ਕਿ ਮਤਲਬ ਹਾਰਟ ਪੇਸ਼ੈਂਟ ਲਈ ਬਹੁਤ ਅੱਛੇ ਹੁੰਦੇ ਆ। ਉਹ ਬਲੱਡ ਦੀ ਸਪਲਾਈ ਹਾਰਟ ਨੂੰ ਜ਼ਿਆਦਾ ਕਰਦੇ ਆ, ਜਿਹਦੇ ਨਾਲ ਹਾਰਟ ਦੀ ਪ੍ਰੋਬਲਮ ਨਹੀਂ ਹੁੰਦੀ। ਫਿਰ ਇਹਦੇ ਵਿੱਚ ਇਹ ਹੁੰਦਾ ਵੀ ਇਹਦੇ ਵਿੱਚ ਮੈਲਾਨਿਨ ਬਹੁਤ ਜ਼ਿਆਦਾ ਆ। ਮੈਲਾਨਿਨ ਮੈਮ ਕੀ ਹੁੰਦਾ ਉਸ ਬਾਰੇ, ਕਿਉਂਕਿ ਦਰਸ਼ਕਾਂ ਨੂੰ ਵੀ ਕਈਆਂ ਨੂੰ ਨਹੀਂ ਪਤਾ ਹੋਣਾ ਕਿ ਕੀ ਚੀਜ਼ ਹੈ? ਹਾਂਜੀ, ਮੈਲਾਨਿਨ ਇੱਕ ਹਾਰਮੋਨ ਹੁੰਦਾ ਆ ਜਿਹੜਾ ਸਾਡੀ ਬੋਡੀ 'ਚ ਵੀ ਹੁੰਦਾ ਆ। ਉਹਦੇ ਨਾਲ ਕੀ ਆ ਵੀ ਕਲਰ ਸਾਡੀ ਬੋਡੀ ਦਾ ਆਉਂਦਾ, ਜਿਹਦੇ 'ਚ ਮੈਲਾਨਿਨ ਘੱਟ ਹੁੰਦਾ ਆ ਉਹ ਮਤਲਬ ਵਾਈਟ ਗੋਰੇ ਰੰਗ ਦੇ ਹੁੰਦੇ ਆ। ਜਿਨ੍ਹਾਂ 'ਚ ਜਿੰਨਾ ਜ਼ਿਆਦਾ ਮੈਲਾਨਿਨ ਹੁੰਦਾ ਆ ਉਹਨਾਂ ਦਾ ਕਲਰ ਜਿਹੜਾ ਆ ਉਹ ਡਾਰਕ ਹੁੰਦਾ ਆ। ਅਤੇ ਇਹਨਾਂ ਦੇ ਵਿੱਚ ਡਾਰਕ ਹੁੰਦੇ ਆ, ਮੈਲਾਨਿਨ ਜ਼ਿਆਦਾ ਹੁੰਦਾ, ਇਸ ਲਈ ਇਹਨਾਂ ਦੀ ਕਲਗੀ ਵੀ ਕਾਲੀ ਹੁੰਦੀ ਹੈ। ਇਹਨਾਂ ਦੇ ਪੰਖ ਵੀ, ਇਹਨਾਂ ਦਾ ਮੀਟ ਵੀ ਗ੍ਰੇ ਕਲਰ ਦਾ ਹੁੰਦਾ ਆ। ਅਤੇ ਇਹਦੇ ਵਿੱਚ ਆਇਰਨ ਵੀ ਬਹੁਤ ਜ਼ਿਆਦਾ ਹੁੰਦਾ ਆ। ਜਿਹੜੇ ਫੁਲਵੈਰੀ ਦੇ ਮਰੀਜ਼ ਆ ਜਿਨ੍ਹਾਂ ਉਹਦੇ 'ਚ ਇਹੀ ਪ੍ਰੋਬਲਮ ਹੁੰਦੀ ਵੀ ਉਹਨਾਂ ਦੀ ਜਿਹੜੀ ਮੈਲਾਨਿਨ ਆ ਉਹ ਡਿਸਟਰੀਬਿਊਟ ਨਹੀਂ ਹੁੰਦੀ ਪ੍ਰੋਪਰ, ਅਤੇ ਉਹਦੇ 'ਚ ਕਾਫੀ ਬੈਨੀਫਿਟ ਆ ਇਹਦੇ। ਮੈਂ ਤੁਸੀਂ ਫੁਲਵੈਰੀ ਦੀ ਗੱਲ ਕੀਤੀ, ਫੁਲਵੈਰੀ ਵੀ ਠੀਕ ਹੋ ਜਾਂਦੀ ਹੈ ਇਹਦੇ ਅੰਡੇ ਖਾਣ ਨਾਲ? ਹਾਂਜੀ ਸਰ, ਇਹਦੇ ਨਾਲ ਮਤਲਬ ਇਹਦੇ 'ਚ ਜ਼ਿਆਦਾ ਮੈਲਾਨਿਨ ਹੁੰਦਾ ਆ। ਇਹ ਫੁਲਵੈਰੀ ਆਪਾਂ ਨੂੰ ਮੀਟ ਖਾਣ ਨਾਲ ਜ਼ਿਆਦਾ ਠੀਕ ਹੋਏਗੀ, ਕਿਉਂਕਿ ਇਹਦੇ ਮੀਟ ਦੇ ਵਿੱਚ ਅਤੇ ਇਹਦੇ ਬਲੱਡ ਦੇ ਵਿੱਚ ਕਾਫੀ ਮੈਲਾਨਿਨ ਹੁੰਦਾ ਆ, ਜਿਹੜੀ ਫੁਲਵੈਰੀ ਆ ਉਹਨੂੰ ਇਕੁਅਲੀ ਡਿਸਟਰੀਬਿਊਟ ਕਰਦਾ ਆ ਆਪਣੀ ਬੋਡੀ ਦੇ ਵਿੱਚ। ਮੈਮ ਪੂਰਾ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਇਹ ਫਾਰਮ ਜਿਹੜਾ ਖੋਲ੍ਹੇ ਹੋਏ? ਸਰ ਤਕਰੀਬਨ 4-5 ਮਹੀਨੇ ਹੋ ਗਏ ਆ ਸਾਨੂੰ ਇਹ ਫਾਰਮ ਖੋਲ੍ਹੇ ਹੋਏ। ਜੀ। ਜੀ ਸਰ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਸਟਾਰਟਿੰਗ ਦੇ ਵਿੱਚ ਤੁਸੀਂ ਕਿੰਨੇ ਮੁਰਗੀਆਂ ਲੈ ਕੇ ਆਏ ਅਤੇ ਹੁਣ ਕਿੰਨੇ ਨੇ? ਸਰ ਅਸੀਂ 450 ਮੁਰਗੀ ਲਿਆਂਦੀ ਸੀ ਅਤੇ 50 ਮੁਰਗੇ ਲਿਆਂਦੇ ਸੀ। ਅਤੇ ਸਰ ਸਾਡੇ ਕੋਲ ਹੁਣ ਵੀ ਇੰਨੇ ਹੀ ਹੈਗੇ ਜਿਹੜੇ ਵੱਡ ਇੰਨੇ ਆ। ਅਤੇ ਸਰ ਅਸੀਂ ਹੋਰ ਇਹਨਾਂ ਦੀ ਕੁਛ ਬਰੀਡ ਜਿਹੜੀ ਆ ਉਹ ਹੈਚਰੀ ਰਾਹੀਂ ਕਰਵਾਈ ਆ, ਅਤੇ ਸਰ ਉਹ ਛੋਟੀ ਆ ਜੇ ਉਹ ਪਲ ਰਹੀ ਆ। ਜੀ 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 ਜੀ। ਮੈਮ ਹੁਣ ਗੱਲ ਕਰਦੇ ਆਂਡਿਆਂ ਦੀ, ਜਿਵੇਂ ਤੁਸੀਂ ਉੱਥੇ ਇੱਕ ਪੈਂਪਲੇਟ 'ਤੇ ਤੁਸੀਂ ਬਣਵਾਇਆ ਅਤੇ ਲਿਖਿਆ ਕਿ ਇਹ ਆਂਡੇ ਖਾਣ ਨਾਲ ਜਾਂ ਮੀਟ ਖਾਣ ਨਾਲ ਆਹ ਬਿਮਾਰੀਆਂ ਠੀਕ ਹੋ ਜਾਂਦੀਆਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂਡੇ ਦੀ। ਕਈਆਂ ਦੇ ਵਿੱਚ ਇਹ ਬਹੁਤ ਹੈ ਭਰਮ ਇੱਕ ਕਿ ਇਹਦਾ ਜਿਹੜਾ ਆਂਡਾ ਕਾਲੇ ਰੰਗ ਦਾ ਹੁੰਦਾ, ਇਹਦੇ ਆਂਡੇ ਦੀ ਗੱਲ ਕਰਦੇ, ਆਂਡਾ ਇਹਦਾ ਕਿਸ ਰੰਗ ਦਾ ਹੁੰਦਾ? ਨਹੀਂ ਸਰ, ਆਂਡਾ ਇਹਦਾ ਦੇਸੀ ਆਂਡੇ ਵਰਗਾ ਹੁੰਦਾ ਆ ਬਿਲਕੁਲ। ਤੁਹਾਨੂੰ ਦਿਖਾ ਦਿੰਦੇ ਆ ਜੀ ਇੱਥੋਂ। ਅਤੇ ਉਹਦੇ ਵਿੱਚ ਨਿਊਟਰੀਐਂਟਸ ਹੁੰਦੇ ਆ, ਫੈਟ ਘੱਟ ਹੁੰਦਾ, 1% ਤੋਂ ਵੀ ਘੱਟ ਫੈਟ ਹੁੰਦਾ ਆ। ਪ੍ਰੋਟੀਨ ਇਹ 'ਚ 25% ਦੇ ਕਰੀਬ ਹੁੰਦੀ ਆ। ਵਿਟਾਮਿਨ B ਹੁੰਦਾ ਆ, B1, B6, B12, ਵਿਟਾਮਿਨ C, ਵਿਟਾਮਿਨ D ਅਤੇ ਆਇਰਨ, ਫਾਸਫੋਰਸ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੁੰਦੀਆਂ ਆ। ਜੀ। ਜਿਵੇਂ ਕਿਸੇ ਦਾ ਬਲੱਡ ਪ੍ਰੈਸ਼ਰ ਵੱਧਦਾ ਜਾਂ ਕੋਈ ਟੈਨਸ਼ਨ ਜਾਂ ਕੀ ਆ, ਦਿਨ ਵਿੱਚ ਕਿੰਨੇ ਕੁ ਆਂਡਿਆਂ ਦਾ ਜਿਹੜਾ ਸੇਵਨ ਕਰਨਾ ਚਾਹੀਦਾ? 1 ਤੋਂ 2 ਅੰਡੇ ਖਾ ਸਕਦੇ ਆ। ਇਸ ਤੋਂ ਜ਼ਿਆਦਾ ਵੀ ਖਾ ਸਕਦੇ, ਕਿਉਂਕਿ ਕਈਆਂ 'ਚ ਕੀ ਹੈ ਕਿ ਇਹ ਬਹੁਤ ਮੰਨਿਆ ਕਿ ਆਂਡੇ ਗਰਮ ਹੁੰਦੇ ਵੀ ਨੇ। ਇਹਨਾਂ ਦਾ ਆਂਡਾ ਗਰਮ ਹੁੰਦਾ ਜਾਂ ਕਿਸ ਤਰ੍ਹਾਂ ਹੁੰਦਾ?
ਨਹੀਂ ਅੰਡਾ ਮਤਲਬ ਐਕਚੁਅਲੀ ਮੈਡੀਕਲੀ ਤਾਂ ਕੁਝ ਵੀ ਚੀਜ਼ ਗਰਮ ਜਾਂ ਠੰਡੀ ਨਹੀਂ ਹੁੰਦੀ। ਜਿਹ 'ਚ ਤਾਕਤ ਜ਼ਿਆਦਾ ਹੁੰਦੀ ਉਹਨੂੰ ਆਪਾਂ ਗਰਮ ਕਹਿ ਦਿੰਦੇ ਆ, ਤੇ ਜਿਹਦੇ 'ਚ ਤਾਕਤ ਘੱਟ ਹੁੰਦੀ ਆ ਉਹਨੂੰ ਆਪਾਂ ਠੰਡੀ ਕਹਿ ਦਿੰਦੇ ਮਤਲਬ ਸਾਰੀ ਗੱਲ ਇੱਥੇ ਆ ਕੇ ਮੁੱਕਦੀ ਕਿ ਤੁਹਾਡੀ ਪਾਚਨ ਸ਼ਕਤੀ ਤੇਜ਼ ਹੋਣੀ ਚਾਹੀਦੀ ਹੈ। ਜੀ ਹਾਂਜੀ ਹਾਂਜੀ ਜੀ ਹੁਣ ਇਹ ਗੱਲਬਾਤ ਕਰਦੇ ਆ ਕਿ ਜਿਹੜਾ ਤੁਹਾਡਾ ਪ੍ਰੋਪਰ ਸਮਾਂ ਹੈ ਹੁਣ ਸਾਰਾ ਇੱਥੇ ਬੀਤਦਾ? ਹਾਂਜੀ, ਅਸੀਂ ਆ ਜਾਈਦਾ ਇੱਥੇ ਸਵੇਰ ਨੂੰ ਤੇ ਮੋਸਟਲੀ ਸ਼ਾਮ ਨੂੰ ਜਾਈਦਾ। ਵੈਸੇ ਅਸੀਂ ਜਲੰਧਰ 'ਚ ਰਹਿੰਦੇ ਆ ਤੇ ਫਾਰਮ ਸਾਡਾ ਇੱਥੇ ਧੀਰੋਵਾਲ 'ਚ ਆ, ਆਦਮਪੁਰ। ਜੀ ਜੀ ਹੁਣ ਮੈਨੂੰ ਲੱਗਦਾ ਦਰਸ਼ਕ ਵੀ ਦੇਖਣਾ ਚਾਹੁੰਦੇ ਹੋਣੇ ਆ ਕਿ ਇਹ ਮੁਰਗਾ ਕਿਸ ਕਲਰ ਦਾ ਹੁੰਦਾ ਜਾਂ ਕਿੱਦਾਂ ਹੁੰਦਾ ਆ। ਮੈਮ ਸਾਨੂੰ ਇੱਕ ਜਿਹੜਾ ਮੁਰਗਾ ਚੱਕ ਕੇ ਦਿਖਾ ਸਕਦੇ ਹੋ? ਜੀ ਸਰ, ਜ਼ਰੂਰ ਦਿਖਾ ਸਕਦੇ ਆ। ਇੱਕ ਮਿੰਟ, ਇਹਨੂੰ ਪਕੜਨਾ ਪਊਗਾ। ਇਹਨੂੰ ਪਕੜਨਾ ਇੰਨਾ ਆਸਾਨ ਨਹੀਂ ਹੁੰਦਾ ਔਰ ਇਹ ਜੰਗਲੀ ਬਰੀਡ ਹੋਣ ਕਰਕੇ ਨਾ ਕੱਟਦੀ ਵੀ ਆ। ਜੀ ਕਦੀ ਇਸ ਤਰ੍ਹਾਂ ਹੋਇਆ ਕੱਟਿਆ ਹੋਵੇ? ਹਾਂਜੀ, ਸਾਨੂੰ ਵੀ ਕੱਟਦੀ ਆ ਜਦੋਂ ਅਸੀਂ ਅੰਦਰ ਆਈਦਾ, ਫੀਡ ਵਗੈਰਾ ਪਾਈ ਦੀ ਆ। ਤੁਸੀਂ ਕਹਿੰਦੇ ਪਕੜਨਾ ਬਹੁਤ ਮੁਸ਼ਕਲ, ਸਰ ਫੜ ਵੀ ਲੈ ਕੇ ਆਏ। ਜੀ ਇਹ ਮੁਰਗੀ ਆ ਜੀ, ਮਤਲਬ ਇਹਦੀ ਪੂਰੀ ਸਕਿਨ ਵੀ ਕਾਲੀ ਹੈ, ਇਹਦੇ ਜਿਹੜੇ ਪੰਜੇ ਨੇ ਉਹ ਵੀ ਕਾਲੇ ਨੇ। ਜੇ ਗੱਲ ਕੀਤੀ ਜਾਵੇ ਇਹਦਾ ਬਲੱਡ ਕਿਸ ਤਰ੍ਹਾਂ ਰੰਗ ਦਾ ਹੁੰਦਾ? ਡਾਰਕ ਕਲਰ ਦਾ ਹੁੰਦਾ ਆ। ਪ੍ਰੋਪਰ ਡਾਰਕ? ਹਾਂਜੀ ਜੀ, ਮਤਲਬ ਬਲੈਕ ਦੇ ਬਿਲਕੁਲ ਲਾਗੇ ਛਾਗੇ ਹੁੰਦਾ? ਬਿਲਕੁਲ ਲਾਗੇ ਛਾਗੇ ਹੁੰਦਾ ਆ, ਕਿਉਂਕਿ ਇਹਦੇ ਵਿੱਚ ਆਇਰਨ ਬਹੁਤ ਜ਼ਿਆਦਾ ਹੁੰਦਾ ਆ, ਮੈਲਾਨਿਨ ਜ਼ਿਆਦਾ ਹੁੰਦਾ ਆ। ਤੇ ਇਹਦਾ ਮੈਂ ਤੁਹਾਨੂੰ ਦਿਖਾ ਦਿੰਦੀ ਆ। ਦੇਖੋ ਇਹਦੀ ਜੀ ਜੀ ਜੀ, ਇਸ ਸਾਈਡ ਤੇ ਆ ਜਾਓ। ਦੇਖੋ ਸਰ, ਇਹਦੀ ਕਲਗੀ ਵੀ ਬਲੈਕ ਆ ਜੀ, ਇਹਦੀ ਜ਼ਬਾਨ ਵੀ ਅੰਦਰੋਂ ਬਲੈਕ ਆ ਜੀ, ਪੰਜੇ ਵੀ ਇਹਦੇ ਬਲੈਕ ਆ ਜੀ ਤੇ ਜੀ ਜੀ ਹਾਂਜੀ। ਆ ਦੇਖੋ, ਇਹ ਵੈਸੇ ਇਹਦੀਆਂ 2-3 ਬਰੀਡ ਹੁੰਦੀਆਂ ਆ। ਵਾਈਟ ਵੀ ਹੁੰਦੇ ਆ, ਪੈਨਸਲ ਵਾਲੇ। ਜੀ ਜੀ, ਇੱਥੇ ਸਾਡੇ ਕੋਲ ਹੈਗਾ ਵੀ ਆ ਉਹ। ਜੀ ਜੀ, ਤੇ ਇਹਦੇ ਮਤਲਬ ਜਿਹੜਾ ਵੀ ਹੋਵੇ ਉਹਦੇ ਵਿੱਚ ਮਤਲਬ ਸਕਿਨ ਇਹਦੀ ਜਿਹੜੀ ਆ ਗ੍ਰੇ ਕਲਰ ਦੀ ਹੈ। ਇਹਦਾ ਮੀਟ ਵੀ ਗ੍ਰੇ ਕਲਰ ਦਾ ਹੁੰਦਾ ਔਰ ਇਹਦਾ ਮੀਟ ਜਿਹੜਾ ਆ ਨਾ ਆਮ ਚਿਕਨ ਵਾਂਗੂ ਨਹੀਂ ਬਣਦਾ। ਇਹ ਜਿੱਦਾਂ ਆਪਾਂ ਬੱਕਰੇ ਦਾ ਮੀਟ ਬਣਾਈਦਾ ਆ ਉਸ ਤਰ੍ਹਾਂ ਬਣਦਾ ਆ। ਇਹਨੂੰ ਵਿਸਲ ਲਗਾ ਕੇ ਕੁੱਕਰ ਦੇ ਵਿੱਚ ਬਣਾਉਣਾ ਪੈਂਦਾ ਆ। ਜੀ, ਮਤਲਬ ਕੁੱਕਰ ਦੇ ਵਿੱਚ? ਹਾਂਜੀ, ਉਹ ਥੋੜਾ ਹਾਰਡ ਹੁੰਦਾ ਨਾ, ਤਾਂ ਕਰਕੇ। ਜੀ ਜੀ ਮੈਮ, ਬਰੀਡ ਦੀ ਗੱਲ ਕੀਤੀ ਜਾਵੇ, ਬਰੀਡ ਕਿੰਨੇ ਤਰ੍ਹਾਂ ਦੀ ਹੈ? ਸਰ 3 ਤਰ੍ਹਾਂ ਦੀ ਆ। ਇੱਕ ਪਿਓਰ ਬਲੈਕ ਹੁੰਦੀ ਆ, ਇੱਕ ਪੈਨਸਿਲ ਹੁੰਦੀ ਗੋਲਡਨ ਔਰ ਵਾਈਟ ਕਲਰ ਦੇ, ਉਹਦੇ ਵਿੱਚ ਪਰ ਹੁੰਦੇ ਆ ਥੋੜ੍ਹੇ, ਔਰ ਇੱਕ ਬਹੁਤ ਹੀ ਰੇਅਰ ਹਜ਼ਾਰਾਂ 'ਚੋਂ ਇੱਕ ਨਿਕਲਦਾ ਜਿਹੜਾ ਵਾਈਟ ਹੁੰਦਾ, ਪਰ ਉਹਦੀ ਵੀ ਸਕਿਨ ਬਲੈਕ ਹੁੰਦੀ ਆ। ਮੈਮ ਇਹਦੇ ਮੀਟ ਦੀ ਗੱਲ ਕੀਤੀ ਜਾਵੇ, ਕਹਿੰਦੇ ਮੈਂ ਇਹ ਸੁਣਿਆ ਕਿ ਜਿਹੜਾ ਕੜਕਨਾਥ ਦਾ ਮੀਟ ਕਾਫੀ ਮਹਿੰਗਾ ਵਿਕਦਾ ਹੈ? ਹਾਂਜੀ ਸਰ, ਮਤਲਬ 1200 ਤੋਂ 1500 ਦਾ ਇੱਕ ਮੁਰਗਾ ਮਿਲਦਾ ਆ। ਤੇ ਇੱਕ ਮੁਰਗੇ ਦੇ ਵਿੱਚ 1 ਕਿਲੋ 700 ਗ੍ਰਾਮ ਦਾ ਉਹਦਾ ਪਰਾਨਾ ਹੁੰਦਾ ਤੇ 1.25 ਕਿਲੋ ਦੇ ਕਰੀਬ ਉਹਦੇ 'ਚੋਂ ਮੀਟ ਨਿਕਲਦਾ। ਜੀ, ਤੇ ਗੱਲ ਕੀਤੀ ਜਾਵੇ ਆਂਡੇ ਦੀ, ਇੱਕ ਆਂਡਾ ਕਿੰਨੇ ਰੁਪਏ ਦਾ? ਸਰ 25 ਤੋਂ 30 ਰੁਪਏ ਦਾ। ਮੈਡਮ ਕਈਆਂ ਵਿੱਚ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ, ਬੜਾ ਭਰਮ ਹੈ ਕਿ ਆਂਡਾ ਜਿਹੜਾ ਇਹਦਾ ਬਲੈਕ ਕਲਰ ਦਾ। ਮੈਂ ਚਾਹੁੰਦਾ ਕਿ ਸਾਡੇ ਦਰਸ਼ਕ ਦੇਖਣਾ ਚਾਹੂੰਗੇ ਕਿ ਜਿਹੜਾ ਆਂਡਾ ਹੈ ਕਿਸ ਕਲਰ ਦਾ ਹੈ? ਸ਼ੋਰ ਸਰ, ਇਹ ਦੇਸੀ ਮੁਰਗੇ ਵਰਗਾ ਹੀ ਅੰਡਾ ਹੁੰਦਾ। ਲਿਆਓ ਬੇਟਾ। ਸਰ ਆ ਦੇਖੋ, ਬਿਲਕੁਲ ਦੇਸੀ ਅੰਡੇ ਵਰਗਾ ਹੀ ਅੰਡਾ ਹੈ। ਜੀ ਜੀ, ਮਤਲਬ ਗੱਲ ਕੀਤੀ ਜਾਵੇ ਕਿ ਇੱਕ ਸਿਰਫ ਭਰਮ ਸੀ ਲੋਕਾਂ ਦਾ ਕਿ ਕਾਲਾ ਅੰਡਾ ਜਾਂ ਵੱਡਾ ਅੰਡਾ, ਅੰਡੇ ਦਾ ਜਿਹੜਾ ਸਾਈਜ਼ ਉਹ ਵੀ ਨੋਰਮਲ ਹੈ? ਹਾਂਜੀ, ਨੋਰਮਲ ਹੈ ਔਰ ਕੰਪੈਰੀਟਿਵਲੀ ਦੂਸਰੇ ਅੰਡੇ ਨਾਲੋਂ, ਰੈਗੂਲਰ ਅੰਡੇ ਨਾਲੋਂ ਥੋੜ੍ਹਾ ਛੋਟਾ ਹੁੰਦਾ ਆ, ਕਿਉਂਕਿ ਇਹਦੀ ਜਿਹੜੀ ਮੁਰਗੀ ਆ ਨਾ ਉਹ ਵੀ ਥੋੜ੍ਹੇ ਛੋਟੇ ਸਾਈਜ਼ ਦੀ ਹੁੰਦੀ ਹੈ। 1 ਕਿਲੋ ਤੱਕ ਦੀ ਤਾਂ ਮੁਰਗੀ ਹੁੰਦੀ ਆ ਜੀ। ਤੇ ਜਦ ਜਾਨਵਰ ਛੋਟਾ ਆ ਤੇ ਉਹ ਅੰਡਾ ਵੀ ਛੋਟਾ ਦੇਗਾ ਨਾ। ਜੀ ਬਿਲਕੁਲ ਬਿਲਕੁਲ। ਗੱਲ ਕੀਤੀ ਜਾਵੇ ਕਿ ਰੋਜ਼ ਕਿੰਨੇ ਕੁ ਮੁਰਗੀਆਂ ਅੰਡੇ ਦੇ ਦਿੰਦੀਆਂ ਨੇ? ਸਰ 200 250 ਅੰਡੇ ਸਾਡੇ ਕੋਲ ਰੋਜ਼ ਹੋ ਜਾਂਦੇ ਆ। ਤੇ ਰੋਜ਼ ਵਿਕਰੀ ਹੋ ਜਾਂਦੀ ਹੈ? ਹਾਂਜੀ ਸਰ, ਸਾਰੇ ਦੇ ਸਾਰੇ ਵਿਕ ਜਾਂਦੇ ਆ ਜੀ। ਤੇ ਗੱਲ ਕੀਤੀ ਜਾਵੇ ਮੀਟ ਦੀ, ਮੀਟ ਵੀ ਵਿਕਦਾ? ਹਾਂਜੀ ਸਰ, ਵਿਕਦਾ ਆ। ਕੁਛ ਕਸਟਮਰ ਇੱਦਾਂ ਦੇ ਆ ਜਿਹੜੇ ਮਤਲਬ ਸਿਰਫ ਕੜਕਨਾਥ ਹੀ ਖਾਂਦੇ ਆ, ਮਤਲਬ ਸਪੈਸ਼ਲ ਕੜਕਨਾਥ ਖਾਂਦੇ ਆ। ਜਲੰਧਰ ਤੋਂ ਬਾਹਰ ਵੀ ਲੋਕ ਆਉਂਦੇ ਨੇ ਲੈਣ? ਸਰ ਜਲੰਧਰ ਤੋਂ ਬਾਹਰੋਂ ਵੀ ਆ ਜਾਂਦੇ। ਜਲੰਧਰ 'ਚ ਵੀ ਸਾਡੇ ਇੱਕ ਕਸਟਮਰ ਹੈ, ਡਾਕਟਰ ਨੇ ਉਹ, ਤੇ ਉਹ ਤਾਂ ਖਾਂਦੇ ਹੀ ਇਹ ਆ। ਜੀ, ਮੈਂ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹੂੰਗਾ ਕਿ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਮੈਮ ਨੇ ਸਾਨੂੰ ਇਹ ਵੀ ਦੱਸਿਆ ਕਿ ਇੱਕ ਨੋਨ ਵੈਜ ਅੰਡਾ ਅਤੇ ਇੱਕ ਵੈਜ ਅੰਡਾ, ਦੋਨੇ ਤਰ੍ਹਾਂ ਦੇ ਅੰਡੇ ਅਵੇਲੇਬਲ ਨੇ। ਮੈਮ ਇਸ ਬਾਰੇ ਥੋੜ੍ਹਾ ਦੱਸੋ ਕਿ ਵੈਜ ਅੰਡਾ ਕਿੱਦਾਂ ਹੁੰਦਾ ਹੈ ਅਤੇ ਨੋਨ ਵੈਜ ਕਿਵੇਂ? ਸਰ ਇੱਦਾਂ ਵੀ ਜਿਹੜੇ ਮੁਰਗੇ ਅਸੀਂ ਨਹੀਂ ਵਿੱਚ ਰੱਖੇ ਹੋਏ ਹੁੰਦੇ, ਇਕੱਲੀਆਂ ਮੁਰਗੀਆਂ ਹੁੰਦੀਆਂ, ਉਹ ਵਿਦਾਊਟ ਸਪਰਮ ਹੁੰਦਾ, ਉਹਦੇ ਵਿੱਚ ਸਪਰਮ ਨਹੀਂ ਹੁੰਦਾ ਅਤੇ ਉਹ ਖਾਣ ਲਈ ਉਹਦੀ ਲਾਈਫ ਜਿਹੜੀ ਵੱਧ ਜਾਂਦੀ ਆ। 28 ਤੋਂ 30 ਦਿਨ ਤੱਕ ਉਹ ਅੰਡਾ ਖਰਾਬ ਨਹੀਂ ਹੁੰਦਾ। ਜਿਹੜਾ ਸਪਰਮ ਵਾਲਾ ਐਗ ਆ, ਉਹ ਐਗ ਜਿਹੜਾ ਆ
ਉਹ ਮਤਲਬ 5 to 6 ਡੇਜ਼ ਰਹਿੰਦਾ ਆ ਅਕੋਰਡਿੰਗ ਟੂ ਵੈਦਰ। ਜੀ ਗਰਮੀਆਂ 'ਚ 5 to 6 ਡੇਜ਼, ਸਰਦੀਆਂ ਦੇ ਵਿੱਚ ਤੇ ਹੁਣ ਅੱਗੇ ਸਰਦੀਆਂ ਆ ਰਹੀਆਂ ਆ, ਸਰਦੀਆਂ ਦੇ ਵਿੱਚ ਤਾਂ 15-20 ਦਿਨ ਰਹਿ ਜਾਂਦਾ ਹੈ ਜੀ ਸਰ ਤੁਹਾਨੂੰ ਪੁੱਛਣਾ ਚਾਹੂੰਗਾ ਜੀ ਇਹਨਾਂ ਦੀ ਦੇਖਭਾਲ ਕਿਵੇਂ ਕਰਦੇ ਹੋ? ਸਰ ਅਸੀਂ ਇਹਦੀ ਦੇਖਭਾਲ ਜਿਹੜੀ ਹੈ ਨਿੱਜੀ ਤੌਰ 'ਤੇ ਕਰਦੇ ਹਾਂ। ਅਸੀਂ ਸਵੇਰੇ ਜਲਦੀ ਆ ਜਾਈਦਾ ਹੈਗਾ ਅਤੇ ਇਹਨਾਂ ਦੀ ਦੇਖਭਾਲ ਲਈ ਹੈ ਕਿ ਅਸੀਂ ਸੁਪਰਵਾਈਜ਼ਰ ਵੀ ਰੱਖਿਆ ਹੈਗਾ ਜਿਹੜਾ ਟਾਈਮ ਟੂ ਟਾਈਮ ਇਹਨੂੰ ਪਾਣੀ ਅਤੇ ਫੀਡ ਜਿਹੜਾ ਇਹਨੂੰ ਪ੍ਰੋਵਾਈਡ ਕਰਦਾ ਹੈ। ਮੌਸਮ ਦੀ ਗੱਲ ਕੀਤੀ ਜਾਵੇ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਿੱਦਾਂ ਕੋਈ ਵੀ ਜਾਨਵਰ ਹੁੰਦਾ ਉਹਨੂੰ ਜਾਂ ਠੰਡਾ ਮੌਸਮ ਚਾਹੀਦਾ ਹੁੰਦਾ ਜਾਂ ਗਰਮੀ ਚਾਹੀਦੀ ਹੁੰਦੀ ਹੈ, ਇਹ ਜਿਹੜੇ ਮੁਰਗੇ ਨੇ ਕਿਸ ਮੌਸਮ ਦੇ ਵਿੱਚ ਜ਼ਿਆਦਾ ਪਲ ਜਾਂਦੇ ਨੇ? ਸਰ ਇਹ ਗਰਮੀਆਂ ਦੇ ਵਿੱਚ ਮਤਲਬ ਛੋਟੇ ਬੱਚੇ ਜਿਹੜੇ ਆਪਾਂ ਮੋਸਟਲੀ ਗਰਮੀਆਂ 'ਚ ਕਢਵਾਈ ਦੇ ਆ ਤਾਂ ਕਿ ਉਹਨਾਂ ਨੂੰ ਐਕਸਟਰਾ ਹੀਟ ਨਹੀਂ ਦੇਣੀ ਪੈਂਦੀ ਔਰ ਸਿਰਫ ਉਹਨਾਂ ਨੂੰ 5 to 6 ਡੇਜ਼ ਸਾਨੂੰ 37 ਡਿਗਰੀ ਟੈਂਪਰੇਚਰ 'ਤੇ ਰੱਖਣਾ ਹੁੰਦਾ ਆ। ਉਸ ਤੋਂ ਬਾਅਦ ਉਹਨਾਂ ਨੂੰ ਜ਼ਰੂਰਤ ਨਹੀਂ ਪੈਂਦੀ ਆ ਔਰ ਇਹਨਾਂ ਨੂੰ ਰਾਤ ਨੂੰ ਵੀ ਕੋਈ ਲਾਈਟ ਦੀ ਜ਼ਰੂਰਤ ਨਹੀਂ ਹੁੰਦੀ। ਜਿੱਦਾਂ ਆਪਾਂ ਦੂਸਰੇ ਮੁਰਗੇ ਰੱਖਦੇ ਆ ਉਹਦੇ ਵਿੱਚ ਉਹਨਾਂ ਨੂੰ ਡੇ ਨਾਈਟ 'ਚ ਲਾਈਟ ਦੀ ਜ਼ਰੂਰਤ ਹੁੰਦੀ ਆ ਅਤੇ ਇਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ। ਇਹ ਸ਼ਾਮ ਨੂੰ ਖਾ ਖੂ ਕੇ ਆ ਜਿਹੜੀਆਂ ਅਸੀਂ ਇਹਦੇ 'ਚ ਸੀੜੀਆਂ ਲਾਈਆਂ ਹੋਈਆਂ ਇਹਨਾਂ ਦੇ ਉੱਤੇ ਬੈਠ ਜਾਂਦੇ ਆ ਅਤੇ ਰੈਸਟ ਕਰਦੇ ਆ। ਮੈਮ ਗੱਲ ਕੀਤੀ ਜਾਵੇ ਇਹਨਾਂ ਦੀ ਖੁਰਾਕ ਦੇ ਵਿੱਚ ਕੀ ਕੋਈ ਸਪੈਸ਼ਲ ਫੀਡ ਪੈਂਦੀ ਹੈ ਜਾਂ ਆਮ ਜਿਹੜਾ ਹੁੰਦਾ ਹੈ ਕਿ ਜਿੱਦਾਂ ਛਿਲਕੇ ਹੋ ਗਏ ਜਾਂ ਸਬਜ਼ੀਆਂ ਦੇ ਛਿਲਕੇ ਹੋ ਗਏ ਉਹ ਵੀ ਖਾ ਜਾਂਦੇ ਨੇ? ਹਾਂਜੀ ਸਰ, ਇਹ ਹਰਾ ਵੀ ਖਾਂਦੇ ਆ, ਛਿਲਕਿਆਂ ਦੇ ਸਬਜ਼ੀਆਂ ਦੇ ਛਿਲਕੇ, ਫਰੂਟ ਦੇ ਛਿਲਕੇ, ਜੂਸ ਦਾ ਵੇਸਟ ਅਤੇ ਇਹਨਾਂ ਨੂੰ ਅਸੀਂ ਫੀਡ ਸਵੇਰੇ ਸ਼ਾਮੀ 2 ਟਾਈਮ ਫੀਡ ਪਾਉਂਦੇ ਹਾਂ ਔਰ ਇਹਨਾਂ ਨੂੰ ਮਤਲਬ ਹਰ ਤਰ੍ਹਾਂ ਦੀ ਹਰ ਚੀਜ਼ ਖਾ ਜਾਂਦੇ ਆ ਇਹ। ਜੀ ਜੀ ਸਰ ਤੁਹਾਡੇ ਨਾਲ ਗੱਲਬਾਤ ਕਰਦਾ ਕਿ ਜਿੱਦਾਂ ਹੁਣ ਇੱਕ ਪਰਿਵਾਰ ਦੇ ਵਿੱਚ ਹੁੰਦਾ ਕਿ ਪਰਿਵਾਰ ਬੜੀ ਰੋਕ ਟੋਕ ਕਰਦਾ ਕਿ ਨਹੀਂ ਤੁਸੀਂ ਆਹ ਕੰਮ ਕਰ ਲਓ ਜਾਂ ਆਹ ਕੰਮ ਕਰ ਲਓ। ਜਦੋਂ ਤੁਸੀਂ ਇਹ ਸੋਚਿਆ ਪਰਿਵਾਰ ਵਿੱਚ ਫੈਸਲਾ ਲਿਆ ਕਿ ਕੜਕਨਾਥ ਫਾਰਮ ਖੋਲ੍ਹਣਾ, ਕਿ ਪਰਿਵਾਰ ਵਿੱਚੋਂ ਜਿੱਦਾਂ ਤੁਹਾਡੇ ਧੀ ਪੁੱਤ ਨੇ ਇੱਦਾਂ ਕੁਛ ਨਹੀਂ ਕਿਹਾ ਕਿ ਨਹੀਂ ਪਾਪਾ ਇਹ ਕੰਮ ਨਹੀਂ ਕਰਨਾ? ਨਹੀਂ ਸਰ, ਸਾਡੇ ਪਰਿਵਾਰ ਵਿੱਚ ਬਹੁਤ ਕੋਆਪਰੇਸ਼ਨ ਹੈ ਅਤੇ ਸਾਰਿਆਂ ਨੇ ਅਸੀਂ ਇਹ ਬੈਠ ਕੇ ਵਿਚਾਰ ਕੀਤਾ ਸੀ ਵੀ ਕੜਕਨਾਥ ਜਿਹੜੀ ਬਰੀਡ ਹੈ ਇਹ ਜੇ ਇਹਦਾ ਪੋਲਟਰੀ ਫਾਰਮ ਬਣਾ ਲਿਆ ਜਾਏ ਤਾਂ ਕਿਸ ਤਰ੍ਹਾਂ ਦੀ ਰਹੇਗੀ। ਅਤੇ ਸਰ ਸਾਰੇ ਪਰਿਵਾਰ ਨੇ ਸਪੋਰਟ ਕੀਤਾ ਇੱਕ ਦੂਜੇ ਨੂੰ ਅਤੇ ਸਰ ਸਾਰਿਆਂ ਦੀ ਸਪੋਰਟ ਤੋਂ ਬਾਅਦ ਹੀ ਇਹ ਫਾਰਮ ਜਿਹੜਾ ਐਸਟੈਬਲਿਸ਼ ਕੀਤਾ ਗਿਆ। ਜੀ ਮੈਮ ਕਈ ਵਾਰ ਕੀ ਹੁੰਦਾ ਕਿ ਜਿਸ ਤਰ੍ਹਾਂ ਦੂਸਰੇ ਮੁਰਗੇ ਹੁੰਦੇ ਨੇ ਉਹਨਾਂ ਵਿੱਚ ਬਿਮਾਰੀਆਂ ਬਹੁਤ ਆ ਜਾਂਦੀਆਂ ਨੇ, ਜਿਵੇਂ ਪਹਿਲਾਂ ਸਵਾਈਨ ਫਲੂ ਵਗੈਰਾ ਸੀ, ਇਹਨਾਂ ਮੁਰਗੇ ਜਾਂ ਮੁਰਗੀਆਂ ਦੇ ਵਿੱਚ ਕੋਈ ਇੱਦਾਂ ਦੀ ਬਿਮਾਰੀ ਆਉਂਦੀ ਆ? ਨਹੀਂ ਸਰ, ਜ਼ਿਆਦਾ ਬਿਮਾਰੀਆਂ ਤਾਂ ਨਹੀਂ ਆਉਂਦੀਆਂ। ਆਪਾਂ ਇਹਨਾਂ ਨੂੰ ਵੈਕਸੀਨੇਟ ਕਰੀਦਾ ਆ, ਰਾਣੀ ਖੇਤ ਲਈ ਗਮੋਰੋ ਦੇਈ ਦੀ ਆ, ਸੋਟਾ ਦੇਈ ਦੀ ਆ ਵੈਕਸੀਨ ਜੀ ਅਤੇ ਬਹੁਤ ਜ਼ਿਆਦਾ ਬਿਮਾਰੀਆਂ ਨਹੀਂ ਆਉਂਦੀਆਂ। ਹਾਂ ਫਿਰ ਵੀ ਥੋੜ੍ਹੀਆਂ ਬਹੁਤ ਬਿਮਾਰੀਆਂ ਜਿਹੜੀਆਂ ਆਉਂਦੀਆਂ ਆ ਉਹਨਾਂ ਲਈ ਟਾਈਮ ਟੂ ਟਾਈਮ ਇਹਨਾਂ ਨੂੰ ਟਰੀਟਮੈਂਟ ਦੇਈ ਦੀ ਆ। ਜੀ ਮੋਸਟਲੀ ਇਹਨਾਂ ਨੂੰ ਵਾਈਟਾਮਿਨਸ ਦੇਣੇ ਪੈਂਦੇ ਆ। ਜੀ ਵੈਕਸੀਨੇਸ਼ਨ ਦੀ ਗੱਲ ਕਰੀਏ ਕਿ ਜਦੋਂ ਚੂਚਾ ਹੁੰਦਾ ਆ ਉਸ ਤੋਂ ਬਾਅਦ ਜਦੋਂ ਚੂਚਾ ਅਡਲਟ ਹੁੰਦਾ ਆ, ਜਦੋਂ ਅਡਲਟ ਹੋ ਜਾਂਦਾ ਮੁਰਗਾ ਬਣ ਜਾਂਦਾ, ਉਦੋਂ ਤੋਂ ਲੈ ਕੇ ਵੱਡੇ ਹੁਣ ਤੱਕ ਕਿਹੜੀ ਵੈਕਸੀਨੇਸ਼ਨ ਲਵਾਈ ਜਾਂਦੀ ਹੈ? ਸਰ 5th ਡੇ ਇਹਨਾਂ ਨੂੰ ਜਦੋਂ ਚੂਜ਼ਾ 5 ਦਿਨ ਦਾ ਹੁੰਦਾ ਉਦੋਂ ਇਹਨਾਂ ਨੂੰ ਲਸੋਟਾ ਵੈਕਸੀਨ ਕੀਤੀ ਜਾਂਦੀ ਆ ਅਤੇ ਉਸ ਤੋਂ ਬਾਅਦ ਜਦੋਂ ਇਹ 22 ਦਿਨ ਦਾ ਹੋ ਜਾਂਦਾ ਤਾਂ ਇਹਨਾਂ ਨੂੰ ਗਮੋਰੋ ਦਿੱਤੀ ਜਾਂਦੀ ਹੈ। ਜੀ ਹੁਣ ਅੱਗੇ ਗੱਲਬਾਤ ਕਰਦੇ ਹਾਂ ਜੀ ਬਿਮਾਰੀਆਂ ਦੀ। ਜਿਵੇਂ ਮੈਂ ਪਹਿਲਾਂ ਗੱਲਬਾਤ ਕੀਤੀ ਕਿ ਕਿਹੜੀਆਂ ਬਿਮਾਰੀਆਂ ਇਹਦੇ ਆਂਡਾ ਖਾਣ ਜਾਂ ਮੀਟ ਖਾਣ ਦੇ ਨਾਲ ਠੀਕ ਹੁੰਦੀਆਂ ਨੇ, ਪ੍ਰੋਪਰ ਦੱਸੋ ਜੀ ਕਿਹੜੀਆਂ ਬਿਮਾਰੀਆਂ ਜਿਹੜੀਆਂ ਠੀਕ ਹੁੰਦੀਆਂ ਨੇ? ਦੇਖੋ ਹਰ ਤਰ੍ਹਾਂ ਦੀ ਹੈਡੇਕ, ਸਰਵਾਈਕਲ, ਅਰਥਰਾਈਟਿਸ ਅਤੇ ਇਹਨਾਂ ਨੂੰ ਅਸਥਮਾ, ਟਿਊਬਰਕਲੋਸਿਸ, ਹਾਰਟ ਪ੍ਰੋਬਲਮ ਜਿਹੜੀ ਆ ਉਹਦੇ ਨਾਲ, ਕਿਉਂਕਿ ਜਿਹੜਾ ਇਹਦਾ ਮੀਟ ਆ ਉਹ ਜਿਹੜਾ ਆ ਆਪਣੇ ਹਾਰਟ ਨੂੰ ਪ੍ਰੋਪਰ ਬਲੱਡ ਸਪਲਾਈ ਕਰਦਾ ਆ ਅਤੇ ਉਹਦੇ ਨਾਲ ਬਹੁਤ ਸਾਰੀਆਂ ਹਾਰਟ ਪ੍ਰੋਬਲਮ ਨਹੀਂ ਹੁੰਦੀਆਂ। ਹਾਂਜੀ ਜੀ ਅਤੇ ਇਹਦੇ ਵਿੱਚ ਨਾ ਬਹੁਤ ਸਾਰੇ ਵਾਈਟਾਮਿਨਸ ਹੈਗੇ ਆ ਜਿਹੜੇ ਮਿਲਦੇ ਆ। ਇੱਥੇ 18 ਤਰ੍ਹਾਂ ਦੇ ਅਮਾਈਨੋ ਐਸਿਡ ਆ ਜੀ ਜਿਹੜੇ ਸਾਨੂੰ ਮਤਲਬ ਸਾਡੀ ਬੋਡੀ ਨੂੰ ਜ਼ਰੂਰਤ ਹੁੰਦੀ ਆ। ਜੀ ਹੁਣ ਜਿੱਦਾਂ ਹੁਣ ਤੁਹਾਡੇ ਘਰ ਦੇ ਵਿੱਚ ਤਾਂ ਪ੍ਰੈਕਟੀਕਲ ਹੋਇਆ ਕਿ ਅੰਕਲ ਜੀ ਠੀਕ ਹੋ ਗਏ ਨੇ, ਇਸ ਤੋਂ ਇਲਾਵਾ ਕੋਈ ਬਾਹਰੋਂ ਕਿਸੇ ਦਾ ਫੋਨ ਆਇਆ ਹੋਵੇ ਜਾਂ ਆ ਕੇ ਦੱਸਿਆ ਹੋਵੇ ਕਿ ਹਾਂ ਮੈਂ ਆਂਡੇ ਖਾਣ ਦੇ ਨਾਲ ਠੀਕ ਹੋ ਗਿਆ? ਹਾਂਜੀ, ਸਾਡਾ ਇੱਕ ਕਸਟਮਰ ਆ ਅਤੇ ਉਹਦੇ ਫਾਦਰ ਕਾਫੀ ਹਾਈਲੀ ਡਾਇਬਟਿਕ ਸੀਗੇ ਅਤੇ ਉਹ ਸਾਡੇ ਕੋਲੋਂ ਰੈਗੂਲਰ ਅੰਡੇ ਲੈ ਕੇ ਜਾਂਦਾ ਆ ਅਤੇ ਉਹਦਾ ਫੀਡਬੈਕ ਆ ਵੀ ਉਹਦੇ ਫਾਦਰ ਦੀ ਸ਼ੂਗਰ ਬਹੁਤ ਕੰਟਰੋਲ 'ਚ ਆ। ਅਤੇ ਹੋਰ ਵੀ ਜਿਹੜੀ ਮੇਰੀ ਕਜ਼ਨ ਸਿਸਟਰ ਆ ਉਹਨੂੰ ਅਰਥਰਾਈਟਿਸ ਸੀ ਅਤੇ ਉਹਨਾਂ ਨੇ ਵੀ ਅੰਡੇ ਖਾਧੇ ਆ ਅਤੇ ਉਹਨਾਂ ਦਾ ਵੇਟ ਵੀ ਰਿਡਿਊਸ ਹੋਇਆ ਕਿਉਂਕਿ ਫੈਟ ਫਰੀ ਡਾਈਟ ਹੁੰਦੇ, ਫੈਟ ਨਹੀਂ ਹੁੰਦਾ ਇਹਦੇ 'ਚ, ਬਹੁਤ ਘੱਟ। ਕਿੰਨਾ ਕੁ ਵੇਟ ਜਿਹੜਾ ਰਿਡਿਊਸ ਹੋਇਆ ਉਹਨਾਂ ਦਾ? ਸਰ ਉਹਨਾਂ ਦਾ ਤਾਂ ਬਹੁਤ ਹੋ ਗਿਆ ਵੀ ਮੈਂ ਵੀ ਹੈਰਾਨ ਆ। ਕਿੰਨਾ ਕੁ? ਨੀਅਰ ਅਬਾਊਟ 15 ਕਿਲੋ ਵੇਟ ਰਿਡਿਊਸ ਹੋ ਗਿਆ। 15 ਕਿਲੋ ਵੇਟ? ਹਾਂਜੀ 2 ਮਹੀਨੇ ਦੇ ਵਿੱਚ 15 ਕਿਲੋ ਵੇਟ? ਹਾਂਜੀ।
ਤੇ ਮਤਲਬ ਜਿਹੜੇ ਪਤਲੇ ਹੋਣ ਦੇ ਸ਼ੌਕੀਨ ਨੇ ਉਹ ਇਹ ਆਂਡੇ ਜ਼ਰੂਰ ਇੱਥੋਂ ਲੈ ਕੇ ਜਾ ਸਕਦੇ ਨੇ ਪਿੰਡ ਧੀਰੇਵਾਲ ਤੋਂ। ਹਾਂ ਜੀ ਸਰ, ਔਰ ਬੋਡੀ ਬਿਲਡਰ ਜਿਹੜੇ ਨੇ ਬੱਚੇ ਸਾਡੇ ਯੰਗ ਜਨਰੇਸ਼ਨ ਜਿਹੜੀ ਆ ਉਹ ਬੋਡੀ ਬਿਲਡਿੰਗ ਕਰਦੀ ਆ, ਜਿਮ ਕਰਦੀ ਆ, ਤੇ ਉਹਨਾਂ ਨੂੰ ਮਤਲਬ ਨੈਚੁਰਲ ਡਾਈਟ ਲੈਣੀ ਚਾਹੀਦੀ ਆ। ਜਿੱਦਾਂ ਆਪਾਂ ਡਿੱਬੇ ਤੋਂ ਉਹ ਲੈ ਲੈਂਦੇ ਵੀ 4500 ਦਾ ਡੱਬਾ ਲਿਆ, 5000 ਦਾ ਡੱਬਾ ਲਿਆ, ਇਹਦੇ 'ਚ ਸਾਨੂੰ ਪ੍ਰੋਟੀਨ ਮਿਲੇਗੀ, ਤਾਂ ਉਹ ਤਾਂ ਫਿਰ ਵੀ ਆਰਟੀਫਿਸ਼ਲ ਪ੍ਰੋਟੀਨ ਹੁੰਦੀ ਹੈ, ਇਹਦੇ 'ਚ ਓਰੀਜਨਲ ਪ੍ਰੋਟੀਨ ਆ। ਹਾਂਜੀ ਮੈਮ, ਜਦੋਂ ਤੁਹਾਡੇ ਫਾਰਮ ਦੇ ਵਿੱਚ ਅਸੀਂ ਐਂਟਰ ਹੋਏ ਤਾਂ ਇੱਕ ਬਹੁਤ ਸੋਹਣੀ ਚੀਜ਼ ਦੇਖਣ ਨੂੰ ਮਿਲੀ, ਕਿਉਂਕਿ ਜਿਹੜੇ ਆਮ ਦੂਸਰੇ ਪੋਲਟਰੀ ਫਾਰਮ ਹੁੰਦੇ ਨੇ ਉਹਨਾਂ ਦੇ ਵਿੱਚ ਸਫਾਈ ਨਹੀਂ ਹੁੰਦੀ, ਗੰਦ ਬਹੁਤ ਹੁੰਦਾ, ਬਟ ਇੱਥੇ ਬਿਲਕੁਲ ਕੋਈ ਸਮੈਲ ਨਹੀਂ, ਕੋਈ ਗੰਦ ਨਹੀਂ। ਹਾਂਜੀ ਸਰ, ਇਹ ਜਿਹੜੀ ਇਹ ਬਰੀਡ ਹੈ ਇਹਦੇ 'ਚ ਜ਼ਿਆਦਾ ਸਮੈਲ ਨਹੀਂ ਆਉਂਦੀ, ਔਰ ਵੈਸੇ ਵੀ ਅਸੀਂ ਟਾਈਮ ਟੂ ਟਾਈਮ ਲੀਟਰ ਜਿਹੜਾ ਥੱਲੇ ਦਾ ਚੇਂਜ ਕਰਦੇ ਰਹੀਦਾ ਆ, ਹੁੰਦੀ ਨਹੀਂ ਆ। ਅਤੇ ਨਾਲੇ ਇਹ ਆਪਣੀ ਹੈਲਥ ਖੁਦ ਕਰਦੀਆਂ। ਦੇਖੋ ਮੁਰਗੀਆਂ ਜਿਹੜੀਆਂ ਆ ਉਹ ਸੈਂਡ ਬਾਥ ਲੈਂਦੀਆਂ ਆ, ਉਹ ਦੇਖੋ ਮੁਰਗੀਆਂ ਤੁਸੀਂ ਦੇਖ ਲਿਓ ਵੀ ਧੁੱਪ ਦੇ ਵਿੱਚ, ਅਤੇ ਉਹ ਤਾਂ ਹੁੰਦੀਆਂ ਉਹ ਆਪਣੀ ਪ੍ਰੋਟੈਕਸ਼ਨ ਆਪ ਕਰਦੀਆਂ ਵੀ ਸਾਨੂੰ ਜੂਆਂ ਨਾ ਪੈਣ, ਇਸ ਕਰਕੇ ਉਹ ਮਿੱਟੀ ਦੇ ਨਾਲ ਨਹਾਉਂਦੀਆਂ ਆ। ਅੱਛਾ ਜੀ, ਮਿੱਟੀ ਦੇ ਨਾਲ ਨਹਾਉਂਦੀਆਂ ਨੇ। ਹਾਂਜੀ ਮੈਮ, ਇੱਕ ਤੁਹਾਡੇ ਫਾਰਮ ਦੇ ਵਿੱਚ ਉਹ ਬਹੁਤ ਸੋਹਣੀ ਗੱਲ ਦੇਖਣ ਨੂੰ ਮਿਲੀ ਕਿ ਇੱਥੇ ਸਬਜ਼ੀਆਂ ਔਰਗੈਨਿਕ ਤੁਸੀਂ ਲਗਾਈਆਂ ਹੋਈਆਂ ਨੇ। ਹਾਂਜੀ ਸਰ, ਅਸੀਂ ਸਾਰੀਆਂ ਔਰਗੈਨਿਕ ਸਬਜ਼ੀਆਂ ਲਗਾਈਆਂ ਹੋਈਆਂ ਆ, ਕੁਝ ਫਰੂਟ ਪਲਾਂਟਸ ਲਗਾਏ ਆ, ਅੰਜੀਰ ਸਾਡੀ ਲੱਗੀ ਹੋਈ ਆ। ਅੱਛਾ, ਅੰਜੀਰ ਵੀ ਲਾਈ ਹੋਈ ਹੈ? ਹਾਂਜੀ, ਅੰਜੀਰ ਵੀ ਲਾਈ ਹੋਈ ਆ, ਅੰਗੂਰ ਦੀ ਬੇਲ ਲਾਈ ਹੋਈ ਆ, ਤਕਰੀਬਨ ਹਰ ਤਰ੍ਹਾਂ ਦਾ ਫਰੂਟ ਅਸੀਂ ਲਾਇਆ ਹੋਇਆ ਆ। ਅਤੇ ਅਸੀਂ ਇਹਨਾਂ ਲਈ ਇੱਕ ਓਪਨ ਸਪੇਸ ਵੀ ਬਣਾਈ ਆ, ਸ਼ਾਮ ਨੂੰ ਇਹਨਾਂ ਨੂੰ ਖੁੱਲ੍ਹੀ ਜਗ੍ਹਾ 'ਤੇ ਛੱਡਣ ਲਈ। ਖੁੱਲ੍ਹੀ ਜਗ੍ਹਾ 'ਤੇ ਮਤਲਬ ਛੱਡ ਦਿੰਦੇ ਹੋ, ਪਰ ਨੱਠਦੇ ਨੁੱਠਦੇ ਅੱਗੇ ਪਿੱਛੇ ਚੱਲ ਜਾਂਦੇ? ਨਹੀਂ ਸਰ, ਇਹ ਗਰੁੱਪ 'ਚ ਹੀ ਰਹਿੰਦੇ ਆ, ਇਹਨਾਂ ਨੂੰ ਪਤਾ ਵੀ ਇਹ ਸਾਡਾ ਘਰ ਆ, ਅਤੇ ਇਹਨਾਂ ਨੂੰ ਹੁਣ ਹੈਬਿਟ ਹੋ ਗਈ ਆ ਇੱਥੇ ਰਹਿਣ ਦੀ, ਅਤੇ ਇਹ ਆਪਣੇ ਆਪ ਜਦੋਂ ਹਨੇਰਾ ਹੋਣ ਵਾਲਾ ਹੁੰਦਾ ਤਾਂ ਆਪਣੇ ਆਪ ਅੰਦਰ ਆ ਜਾਂਦੇ। ਮੈਮ, ਤੁਸੀਂ ਪਲੇਅਰਾਂ ਦੀ ਗੱਲ ਕੀਤੀ ਸੀ ਕਿ ਪਹਿਲਵਾਨ ਜਿਹੜੇ ਕਬੱਡੀ ਖੇਡਦੇ ਆ ਜਾਂ ਭਲਵਾਨੀ ਕਰਦੇ ਆ, ਕੀ ਕੋਈ ਪਲੇਅਰ ਵੀ ਇੱਥੋਂ ਆਂਡੇ ਲੈਣ ਆਉਂਦੇ ਨੇ? ਹਾਂਜੀ ਸਰ, ਜਲੰਧਰ ਸਾਡੇ ਕੋਲੋਂ ਲੈਂਦੇ ਆ ਮੋਸਟਲੀ, ਜਿੱਦਾਂ PAP 'ਚ ਪਲੇਅਰ ਹੈਗੇ ਆ ਉਹ ਸਾਡੇ ਕੋਲੋਂ ਅੰਡੇ ਲੈਂਦੇ ਆ, ਅਤੇ ਉੱਥੇ RCF 'ਚ ਵੀ ਕਾਫੀ ਹੈਗੇ ਆ ਜਿਹੜੇ ਸਾਡੇ ਕੋਲੋਂ ਅੰਡੇ ਲੈਂਦੇ ਆ। ਜੀ ਮੈਮ, ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਥੇ ਕੁਝ ਹੋਰ ਵੀ ਇੱਥੇ ਕੋਈ ਹੋਰ ਪਸ਼ੂ ਜਾਂ ਹੋਰ ਕੋਈ ਬਰੀਡ ਜਾਂ ਕੁਝ ਹੋਰ ਰੱਖਣਾ ਚਾਹੁੰਦੇ ਹੋ? ਹਾਂਜੀ ਸਰ, ਅਸੀਂ ਮਤਲਬ ਹੁਣ ਸਾਡੇ ਕੋਲ ਦੇਖੋ ਔਰਗੈਨਿਕ ਹੋ ਗਈਆਂ, ਸਬਜ਼ੀਆਂ ਹੋ ਗਈਆਂ, ਮੀਟ ਹੋ ਗਿਆ, ਅੰਡੇ ਹੋ ਗਏ, ਅਤੇ ਹੁਣ ਅਸੀਂ ਸੋਚ ਰਹੇ ਹਾਂ ਵੀ ਗਾਂ ਇੱਕ ਰੱਖੀ ਜਾਵੇ ਜਿਹਦੇ ਨਾਲ ਸਾਡੇ ਕੋਲ ਮਤਲਬ ਘਰ ਦਾ ਦੁੱਧ ਵੀ ਹੋਵੇ। ਜੀ, ਇੱਥੇ ਮੈਮ ਇੱਕ ਸਵਾਲ ਹੋਰ ਦਰਸ਼ਕਾਂ ਦਾ ਮੈਨੂੰ ਲੱਗਦਾ ਇੱਕ ਪਰਸਨਲ ਸਵਾਲ ਹੋਏਗਾ ਕਿ ਹੁਣ ਕੋਈ ਬੰਦਾ ਜਾਂ ਕੋਈ ਵੀ ਕੜਕਨਾਥ ਦੇ ਨਾਲ ਕੋਈ ਬਿਜ਼ਨਸ ਕਰਨਾ ਚਾਹਵੇ, ਕਿ ਇਹ ਫਾਇਦੇਮੰਦ ਹੈ? ਹਾਂਜੀ ਸਰ, ਫਾਇਦੇਮੰਦ ਆ, ਕਿਉਂਕਿ ਇੱਕ ਫਾਇਦਾ ਸਭ ਤੋਂ ਪਹਿਲਾਂ ਇਹ ਵੀ ਤੁਸੀਂ ਖੁਦ ਘਰ 'ਚ ਫ੍ਰੀ ਦੀ ਔਰਗੈਨਿਕ ਡਾਈਟ ਲੈ ਰਹੇ ਹੋ, ਅਤੇ ਦੂਸਰਾ ਇਹ ਆ ਵੀ ਜੇ ਤੁਸੀਂ ਸੇਲ ਕਰੋਗੇ ਅਤੇ ਉਹਦੇ ਨਾਲ ਤੁਹਾਨੂੰ ਇਨਕਮ ਹੋਏਗੀ। ਹਾਂਜੀ ਜੀ ਮੈਮ, ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਅਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਲਈ ਕੋਈ ਸੁਨੇਹਾ ਦੇਣਾ, ਸਾਡੇ ਕਿਸਾਨ ਭਰਾਵਾਂ ਲਈ ਕੋਈ ਸੁਨੇਹਾ ਦੇਣਾ ਚਾਹੋ? ਸਰ, ਮੈਂ ਤਾਂ ਕਿਸਾਨ ਭਰਾਵਾਂ ਨੂੰ ਕਹਾਂਗੀ ਸਹਾਇਕ ਕਿੱਤੇ ਦੇ ਤੌਰ 'ਤੇ ਤੁਸੀਂ ਆਪਣੇ ਕੋਲ ਮੁਰਗੀ ਪਾਲਣ ਜ਼ਰੂਰ ਕਰੋ ਜੀ, ਅਤੇ ਜੇ ਹੋ ਸਕਦਾ ਤਾਂ ਤੁਸੀਂ ਕੜਕਨਾਥ ਰੱਖੋ ਕਮ ਸੇ ਕਮ ਆਪਣੇ ਘਰ ਲਈ, ਅਤੇ ਜੇ ਜਿੰਨਾ ਤੁਹਾਡੇ ਕੋਲ ਅਵੇਲੇਬਲ ਆ ਉਹਦੇ ਲਈ ਕੋਈ ਸਪੈਸ਼ਲ, ਉਹਨਾਂ ਨੂੰ ਕੋਲ ਤਾਂ ਤਕਰੀਬਨ ਸਾਰਾ ਅਰੇਂਜਮੈਂਟ ਹੁੰਦਾ ਆ, ਅਤੇ ਉਹਨਾਂ ਨੂੰ ਕੋਈ ਜ਼ਿਆਦਾ ਖਾਸ ਅਰੇਂਜਮੈਂਟ ਕਰਨ ਦੀ ਜ਼ਰੂਰਤ ਨਹੀਂ। ਇੱਕ ਕਮਰਾ ਜਾਂ ਇੱਕ ਉਹ ਖੁੱਡਾ ਜਿਹਾ ਬਣਾਉਣਾ ਆ, ਅਤੇ ਉਹਦੇ ਵਿੱਚ ਮੁਰਗੇ ਰੱਖੇ ਜਾ ਸਕਦੇ ਆ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ, ਧੰਨਵਾਦ। ਅਤੇ ਤੁਸੀਂ ਸਾਡਾ ਚੈਨਲ ਦੇਖਦੇ ਰਹੋ V24। ਸਤਿ ਸ਼੍ਰੀ ਅਕਾਲ।